ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਏਹਾ ਪਾਈ ਮੂੰ ਦਾਤੜੀ, ਨਿਤ ਹਿਰਦਾ ਰਖਾਂ ਸੰਭਾਲ। ਏਹਾ ਪਾਈ ਮੂੰ ਦਾਤੜੀ, ਨਿਤ ਹਿਰਦਾ ਰਖਾਂ ਸੰਭਾਲ। ਧੰਨ ਵਾਹਿਗੁਰੂ ਸਾਹਿਬ ਜੀਓ। ਥਾਪਿਆ ਨ ਜਾਏ, ਕੀਤਾ ਨ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇਕ ਦੇ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨ ਜਾਈ। ਗੁਰਾ ਇਕ ਦੇ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ, ਵਾਲੀਏ ਕੁਲ ਆਲਮ, ਮਨੁੱਖਤਾ ਦੇ ਸਾਂਝੇ ਰਹਿਬਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਦੇ ਅੰਦਰ ਰੋਜ਼ਾਨਾ ਦੀ ਤਰ੍ਹਾਂ ਸੰਧਿਆ ਵੇਲੇ ਦੇ ਸਜੇ ਹੋਏ ਪਾਵਨ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹਾਂ, ਜੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਮੁਬਾਰਕ ਹਜ਼ੂਰੀ ਦੇ ਅੰਦਰ ਜੁੜ ਕਰਕੇ ਗੁਰੂ ਸਵਾਰਿਆਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸਾਂ। ਉਪਰੰਤ ਗੁਰੂ ਦਇਆ ਦੇ ਸਦਕਾ ਚੱਲ ਰਹੀ ਪਾਵਨ ਬਾਣੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਸ ਲੜੀ ਦੇ ਤਹਿਤ ਪਿਛਲੇਰੇ ਦੀਵਾਨਾਂ ਦੇ ਅੰਦਰ 4 ਪਾਵਨ ਪੌੜੀਆਂ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਬਣਾਈ। ਅਗਲੇਰੀ 5 ਨੰਬਰ ਪੌੜੀ, ਜਿਸ ਦਾ ਪਾਠ ਆਪ ਜੀਆਂ ਦੇ ਨਾਲ ਸਾਂਝਾ ਕੀਤਾ ਹੈ, ਤਿਸ ਦੀ ਵਿਚਾਰ ਗੁਰੂ ਦਇਆ ਦੇ ਸਦਕਾ ਆਪ ਸੰਗਤਾਂ ਦੇ ਨਾਲ ਸਾਂਝ ਬਣਾਉਣੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਦੇ ਅੰਦਰ ਹਾਜ਼ਰੀ ਲਵਾਈਏ। ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਦੀ ਮੁਬਾਰਕ ਬਾਣੀ ਦਾ ਬੋਲ। ਜਦੋਂ ਮਾਲਕ
ਰਵੀ ਬਾਣੀ ਦੇ ਅੰਦਰ ਸਾਨੂੰ ਬਖਸ਼ਿਸ਼ ਕਰਦੇ ਨੇ। ਹੁਣ ਅਸੀਂ ਕਈ ਵਾਰ ਕਹਿ ਦਿੰਦੇ, ਦੇਖੋ ਜੀ ਬੜੀਆਂ ਡੂੰਘੀਆਂ ਗੱਲਾਂ ਨੇ, ਸਾਡੀ ਸਮਝ 'ਚ ਨਹੀਂ ਆਉਂਦਾ। ਬਿਲਕੁਲ ਸੱਚ ਹੈ, ਪ੍ਰਮਾਤਮਾ ਦੀਆਂ ਗੱਲਾਂ ਅੱਤ ਦੀਆਂ ਡੂੰਘੀਆਂ ਨੇ। ਸੰਸਾਰ ਦੇ ਅੰਦਰ ਦਾ ਗਿਆਨ ਸਾਨੂੰ ਨਹੀਂ ਦੱਸ ਸਕਦਾ ਵੀ ਉਹ ਰੱਬ ਕਿਵੇਂ ਦਾ ਹੈ। ਸੰਸਾਰ ਦੇ ਅੰਦਰ ਦੇ ਧਾਰਮਿਕ ਗ੍ਰੰਥ ਹੋਵਣ, ਸੰਸਾਰ ਦੇ ਅੰਦਰ ਦੇ ਕਿੰਨੇ ਵੀ ਮੁੱਲਵਾਨ ਗਿਆਨਵਾਨ ਗ੍ਰੰਥ ਨੇ, ਉਹਨਾਂ ਦੇ ਵਸਤੀ ਨਹੀਂ ਹੈ ਰੱਬ ਦੀਆਂ ਗੱਲਾਂ ਦੱਸ ਸਕਣ। ਪਰ ਸਾਹਿਬ ਨੇ ਬਖਸ਼ਿਸ਼ ਕਰਕੇ ਬੜਾ ਸਹਿਜੇ ਉਹਨਾਂ ਗੱਲਾਂ ਨੂੰ ਸਿਖਾ ਦਿੱਤਾ ਹੈ। ਜਿੱਥੇ ਬੜਾ ਔਖਾ ਸੀ ਧਰਮ ਦੀ ਗੱਲ ਨੂੰ ਸਮਝਣਾ, ਉੱਥੇ ਸਾਹਿਬ ਨੇ ਬੜਾ ਸੌਖੇ ਜਿਹੇ ਤਰੀਕੇ ਦੇ ਨਾਲ ਸਾਨੂੰ ਸਮਝਾ ਦਿੱਤਾ। ਅਸੀਂ ਫਿਰ ਵੀ ਨਾ ਸਮਝੀਏ, ਫਿਰ ਇਹਦੇ ਵਿੱਚ ਗੁਰੂ ਦਾ ਦੋਸ਼ ਨਹੀਂ। ਸਾਹਿਬ ਨੇ ਬਖਸ਼ਿਸ਼ ਕੀਤੀ, ਬੜਾ ਸੌਖਾ ਹੈ। ਮਾਲਕ ਕਹਿੰਦੇ ਭਾਈ ਜਦੋਂ ਰੱਬ ਜੀ ਦੀ ਗੱਲ ਕਰਦਾ ਹੈ ਨਾ, ਇੰਨਾ ਸੌਖਾ ਹੈ, ਇਸ ਗੱਲ ਨੂੰ ਸਮਝ ਲੈ ਵੀ ਉਹ ਪਰਮਾਤਮਾ ਕਿਸੇ ਦਾ ਬਣਾਇਆ ਹੋਇਆ ਨਹੀਂ ਬਣਦਾ, ਥਾਪਿਆ ਨਾ ਜਾਏ। ਰੱਬ ਦੀ ਸਥਾਪਨਾ ਨਹੀਂ ਹੋ ਸਕਦੀ, ਰੱਬ ਨੂੰ ਬਣਾਇਆ ਨਹੀਂ ਜਾ ਸਕਦਾ, ਰੱਬ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਾਰਾ ਕੁਝ ਕਰਨ ਵਾਲਾ ਉਹ ਆਪ ਹੈ। ਕਿਸੇ ਦੂਜੇ ਤੀਜੇ ਦੇ ਵਸਤੀ ਨਹੀਂ ਹੈ ਵੀ ਰੱਬ ਨੂੰ ਪੈਦਾ ਕਰ ਸਕੇ। ਰੱਬ ਨੂੰ ਕੋਈ ਪੈਦਾ ਨਹੀਂ ਕਰ ਸਕਦਾ। ਸਭ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਪਰਮਾਤਮਾ ਆਪਣੇ ਆਪ ਪੈਦਾ ਹੁੰਦਾ ਹੈ ਤੇ ਵੱਡੀ ਗੱਲ ਹੈ, ਮਾਇਆ ਦੇ ਪ੍ਰਭਾਵ ਤੋਂ ਬਾਹਰ ਆਏ। ਉਹਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ, ਸਾਡੇ ਉੱਤੇ ਮਾਇਆ ਦਾ ਪ੍ਰਭਾਵ ਹੈ। ਉਸ ਮਾਇਆ ਦੇ ਪ੍ਰਭਾਵ ਦੇ ਕਰਕੇ ਅਸੀਂ ਸੰਸਾਰ ਦੇ ਅੰਦਰ ਸੁੱਖ ਤੇ ਦੁੱਖ ਮੰਨਦੇ ਹਾਂ। ਰੱਬ ਨੂੰ ਫਿਰ ਦੁੱਖ ਤੇ ਸੁੱਖ ਦੀ ਵੀ ਪਰਵਾਹ ਨਹੀਂ, ਰੱਬ ਨੂੰ ਦੁੱਖ ਤੇ ਸੁੱਖ ਵੀ ਨਹੀਂ ਪਾਉਂਦਾ। ਮਾਇਆ ਦੇ ਪ੍ਰਭਾਵ ਦੇ ਕਰਕੇ ਸਾਡੇ ਮਨਾਂ ਦੇ ਅੰਦਰ ਤਕਲੀਫਾਂ ਨੇ। ਰੱਬ ਜੀ ਮਾਇਆ ਦੇ ਪ੍ਰਭਾਵ ਤੋਂ ਬਾਹਰ ਨੇ, ਕੋਈ ਤਕਲੀਫ ਵੀ ਨਹੀਂ ਆ। ਰੱਬ ਨੂੰ ਕੋਈ ਮੁਸ਼ਕਲ ਨਹੀਂ ਆ। ਰੱਬ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਆਏ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਬਖਸ਼ਿਸ਼ ਕਰਦੇ ਆ ਜਦੋਂ ਗੱਲ ਕਰਦੇ ਨੇ, ਤੇ ਸਭ ਕਹਿੰਦੇ ਜਿਨ੍ਹਾਂ ਨੇ ਰੱਬ ਜੀ ਨੂੰ ਧਿਆ ਲਿਆ ਉਹਨਾਂ ਦੇ ਉੱਤੇ ਬਖਸ਼ਿਸ਼ ਏਡੀ ਹੋ ਜਾਂਦੀ ਹੈ, ਉਹ ਰੱਬ ਵਰਗੇ ਹੋ ਜਾਂਦੇ ਨੇ। ਜਿਨ੍ਹਾਂ ਨੂੰ ਰੱਬ ਜੀ ਦਾ ਗਿਆਨ ਆ ਜਾਵੇ, ਉਹਨਾਂ ਦਾ ਜੀਵਨ ਵੀ ਸਭ ਕਹਿੰਦੇ ਨੇ ਬਣ ਜਾਂਦਾ ਹੈ। ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਉਹ ਫਿਰ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਦੁੱਖਾਂ ਦੀ ਪਰਵਾਹ ਨਹੀਂ ਕਰਦੇ। ਜਿਹੜੇ ਰੱਬ ਨੂੰ ਧਿਆਉਣ ਲੱਗ ਜਾਣ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਨਾ ਉਹ ਸੁੱਖ ਦੀ ਪਰਵਾਹ ਕਰਦੇ ਨੇ, ਨਾ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਸੰਸਾਰ ਦੇ ਦਿਖਾਵੇ ਦੇ ਪਿਆਰ ਦੀ ਕੋਈ ਗੱਲ ਹੈ, ਨਾ ਸੰਸਾਰ ਦੇ ਬਹੁਤੇ ਮਹਿੰਗੇ ਪਦਾਰਥਾਂ ਦੀ ਪਰਵਾਹ ਹੈ। ਮਹਿੰਗੇ ਪਦਾਰਥ ਵੀ ਮਿੱਟੀ ਦੇ ਭਾਅ ਲੱਗਦੇ ਨੇ। ਸਭ ਕਹਿੰਦੇ ਇੱਥੇ ਤੱਕ ਨਹ ਨਿੰਦਿਆ ਨਹ ਉਸਤਤ ਜਾਕੈ, ਲੋਭ ਮੋਹ ਅਭਿਮਾਨਾ। ਨਾ ਨਿੰਦਿਆ ਸੰਸਾਰ ਦੇ ਲੋਕ ਕਰਦੇ ਰਹਿਣ ਤੇ ਨਿੰਦਿਆ ਦੀ ਵੀ ਪਰਵਾਹ ਨਹੀਂ। ਕੋਈ ਮਾੜਾ ਕਵੇ ਤਾਂ ਵੀ ਪਰਵਾਹ ਨਹੀਂ ਹੈ, ਜੇ ਕੋਈ ਚੰਗਾ ਕਵੇ ਤੇ ਫਿਰ ਵੀ ਪਰਵਾਹ ਨਹੀਂ ਹੈ। ਇਹ ਤੇ ਸਾਨੂੰ ਮੁਸ਼ਕਲ ਆਉਂਦੀ ਹੈ ਨਾ, ਸਾਨੂੰ ਕੋਈ ਚੰਗਾ ਕਵੇ ਤੇ ਅਸੀਂ ਉਸੇ ਵੇਲੇ ਹਉਮੈ 'ਚ ਆ ਜਾਂਦੇ, ਹੰਕਾਰ ਆ ਜਾਂਦਾ ਹੈ ਵੀ ਦੇਖੋ ਜੀ ਸਾਡੇ ਕੋਲ ਤੇ ਬੜਾ ਕੁਝ ਹੈ, ਲੋਕ ਸਾਨੂੰ ਚੰਗਾ ਕਹਿੰਦੇ ਨੇ, ਹੰਕਾਰ ਆ ਜਾਂਦਾ ਹੈ ਨਾ ਉਸੇ ਵੇਲੇ। ਸਭ ਕਹਿੰਦੇ ਨੇ ਜਿਹੜਾ ਰੱਬ ਦਾ ਪਿਆਰਾ ਹੈ, ਨਾ ਉਹਨੂੰ ਕੋਈ ਚੰਗਾ ਕਵੇ ਉਹਦੀ ਪਰਵਾਹ ਕਰਦਾ ਹੈ, ਕੋਈ ਮਾੜਾ ਕਹੀ ਜਾਵੇ ਉਹਦੀ ਵੀ ਪਰਵਾਹ ਨਹੀਂ ਹੈ। ਕਬੀਰ ਸਾਹਿਬ ਫਿਰ ਕਹਿੰਦੇ ਨੇ, ਸੰਸਾਰ ਦੇ ਲੋਕੋ ਤੁਸੀਂ ਕੀ ਕਹੋਗੇ ਵੀ ਕਬੀਰ ਮਾੜਾ ਹੈ? ਕਹੋ, ਕਹਿੰਦੇ ਕਿੱਥੋਂ ਤੱਕ ਕਹੋਗੇ? ਨਿੰਦਾ ਨਿੰਦਾ ਮੋਕਾ ਲੋਕ ਨਿੰਦਾ, ਨਿੰਦਾ ਜਨ ਕੋ ਖਰੀ ਪਿਆਰੀ। ਨਿੰਦਾ ਬਾਪ ਨਿੰਦਾ ਮਹਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਐ। ਸਭ ਕਹਿੰਦੇ ਨੇ ਕਿੰਨੀ ਕੁ ਨਿੰਦਿਆ ਕਰੇਂਗਾ, ਕਰ ਭਾਈ ਤੇਰੀ ਨਿੰਦਿਆ ਵੀ ਸਾਨੂੰ ਚੰਗੀ ਲੱਗਦੀ ਹੈ, ਕਿਉਂਕਿ ਤੂੰ ਨਿੰਦਿਆ ਕਰਦਾ ਹੈ, ਸਾਨੂੰ ਚੇਤੇ 'ਚ ਰਹਿੰਦਾ ਹੈ ਵੀ ਕੋਈ ਸਾਡੀਆਂ ਕਮੀਆਂ ਵਹਿੰਦਾ ਹੈ, ਇਸ ਕਰਕੇ ਅਸੀਂ ਮਾੜੇ ਕਰਮ ਨਹੀਂ ਕਰਦੇ, ਅਸੀਂ ਕਮੀਆਂ ਨੂੰ ਦੁਹਰਾਉਂਦੇ ਨਹੀਂ। ਸਭ ਕਹਿੰਦੇ ਉਹਦਾ ਸੁਭਾਅ ਹੈ, ਉਹ ਦੁੱਖਾਂ ਦੀ ਸੁੱਖਾਂ ਦੀ ਨਿੰਦਿਆ ਦੀ
ਕੋਈ ਚੰਗਾ ਕਹਿ ਜਾਵੇ, ਕੋਈ ਮਾਣ ਆਦਰ ਦੇ ਜਾਵੇ, ਸਤਿਕਾਰ ਦੇ ਜਾਵੇ ਤਾਂ ਵੀ ਵਾਹ ਭਲਾ ਏ। ਕੋਈ ਰੋੜੇ ਮਾਰ ਜਾਵੇ, ਕੋਈ ਕਹਿ ਜਾਵੇ ਵੀ ਇਹ ਬੰਦਾ ਬਹੁਤ ਮਾੜਾ ਏ, ਸਭ ਕਹਿੰਦੇ ਪ੍ਰਵਾਹ ਤਾਂ ਵੀ ਨਹੀਂ ਹੈ। ਮਨ ਨਹੀਂ ਦੁਖੀ ਹੁੰਦਾ, ਉਹਦੇ ਮਨ ਦੇ ਉੱਤੇ ਕੋਈ ਪ੍ਰਭਾਵ ਨਹੀਂ ਹੈ, ਕਿਉਂਕਿ ਉਹਨੇ ਧਿਆਇਆ ਹੁਣ ਉਸ ਮਾਲਕ ਨੂੰ ਹੈ, ਜਿਹੜਾ ਮਾਲਕ ਸੱਚਮੁੱਚ ਇਹ ਸਾਰੇ ਮਾਇਆ ਦੇ ਪਸਾਰੇ ਤੋਂ ਬਾਹਰ ਆਏ, ਜਿਹਨੇ ਸਿਰਜਿਆ ਹੈ ਇਸ ਮਾਇਆ ਨੂੰ। ਜਿਹਨੇ ਮਾਇਆ ਨੂੰ ਸਿਰਜਿਆ ਏ ਉਹ ਮਾਇਆ ਦੇ ਇਸ ਪ੍ਰਭਾਵ ਤੋਂ ਬਾਹਰ ਆਏ। ਸਭ ਕਹਿੰਦੇ ਨੇ ਤਾਂ ਕਰਕੇ ਉਹਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਐਸੇ ਪ੍ਰਮਾਤਮਾ ਨੂੰ ਸੇਵਿਆ ਹੈ, ਜਿਨ੍ਹਾਂ ਨੇ ਐਸੇ ਪ੍ਰਮਾਤਮਾ ਨੂੰ ਚੇਤੇ 'ਚ ਰੱਖਿਆ ਏ, ਸਭ ਕਹਿੰਦੇ ਨੇ ਉਹਨਾਂ ਨੂੰ ਫਿਰ ਮਾਣ ਮਿਲਦਾ, ਸਤਿਕਾਰ ਮਿਲਦਾ ਏ। ਸੱਚਾ ਮਾਰਗ ਚੱਲਦੇ ਆ ਉਸਤਤ ਕਰੈ ਜਹਾਨ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਸਭ ਕਹਿੰਦੇ ਸੱਚੇ ਮਾਰਗ ਦੇ ਉੱਤੇ ਤੁਰੋਗੇ ਤੇ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਗੁਰੂ ਦੀਆਂ ਬਖਸ਼ਿਸ਼ਾਂ, ਗੁਰੂ ਦੇ ਦਰ ਤੋਂ ਮਾਣ ਤੇ ਆਦਰ ਮਿਲ ਜਾਵੇਗਾ। ਜਿਨ੍ਹਾਂ ਦੇ ਅੰਦਰ ਗੁਰੂ ਦੇ ਪ੍ਰਤੀ ਭੈ ਭਾਵ ਨਹੀਂ ਹੈ, ਸਭ ਕਹਿੰਦੇ ਜਿਨ ਸੇਵਿਆ ਤਿਨ ਪਾਇਆ ਮਾਨ। ਹਾਂ, ਸੰਸਾਰ ਦੇ ਲੋਕਾਂ ਨੇ ਬੜਾ ਮਾੜਾ ਕਿਹਾ ਉਹਨਾਂ ਨੂੰ ਬਹੁਤੀ ਵਾਰ। ਸੰਸਾਰ ਦੇ ਲੋਕਾਂ ਨੇ ਕਿਹਾ ਇਹ ਪਾਗਲ ਹੋ ਗਏ ਨੇ। ਕਬੀਰ ਸਾਹਿਬ ਨੂੰ ਲੋਕ ਕਹਿੰਦੇ ਨੇ ਇਹ ਗਲਤ ਰਸਤੇ ਤੇ ਪੈ ਗਿਆ ਹੈ। ਲੋਕ ਕਹੈ ਕਬੀਰ ਬੌਰਾਨਾ, ਕਬੀਰ ਕਾ ਮਰਮ ਨਾ ਕਿਨਹੂ ਜਾਣਾ। ਲੋਕ ਕਹਿੰਦੇ ਨੇ ਕਬੀਰ ਪਾਗਲ ਹੋ ਗਿਆ, ਲੋਕ ਕਹਿੰਦੇ ਨੇ, ਪਰ ਕਬੀਰ ਸਾਹਿਬ ਕਹਿੰਦੇ ਨੇ ਇਹ ਸੰਸਾਰ ਦੇ ਅੰਦਰ ਰਹਿਣ ਵਾਲੇ ਕਿੱਥੋਂ ਜਾਣਨਗੇ ਵੀ ਕਬੀਰ ਕਿੱਥੇ ਜੁੜਿਆ ਹੋਇਆ ਹੈ। ਕਹਿੰਦੇ ਨੇ ਜਦੋਂ ਧਰਮ ਦੇ ਮਾਰਗ ਦੇ ਉੱਤੇ ਸੱਚ ਧਰਮ ਵਾਲੇ ਪਾਸੇ ਨੂੰ ਤੁਰੋਗੇ, ਸੰਸਾਰ ਦੇ ਲੋਕ ਨਾਸਤਕ ਕਹਿ ਦੇਣਗੇ, ਸੰਸਾਰ ਦੇ ਲੋਕ ਕਮਲਾ ਕਹਿਣਗੇ। ਗੁਰੂ ਨਾਨਕ ਪਾਤਸ਼ਾਹ ਨੂੰ ਲੋਕ ਸੰਸਾਰ ਦੇ ਕਹਿੰਦੇ ਨੇ ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ, ਵਿਚਾਰਾ ਭੂਤਨਾ ਬੇਤਾਲਾ। ਗੁਰੂ ਨਾਨਕ ਪਾਤਸ਼ਾਹ ਨੂੰ ਵੀ ਕਹਿੰਦੇ ਨੇ। ਇਹ ਸੰਸਾਰ ਦੇ ਅੰਦਰ ਦਾ ਸੁਭਾਅ ਹੈ। ਜਦੋਂ ਤੁਸੀਂ ਸੰਸਾਰ ਦੇ ਬਣਾਏ ਹੋਏ ਧਰਮ ਨੂੰ ਛੱਡ ਕੇ ਸੱਚ ਧਰਮ ਵਾਲੇ ਪਾਸੇ ਜਾਓਗੇ, ਸੰਸਾਰ ਦੇ ਲੋਕ ਤੁਹਾਨੂੰ ਅਧਰਮੀ, ਤੁਹਾਨੂੰ ਬੜਾ ਕੁਝ ਐਸਾ ਕਹਿਣਗੇ ਜਿਹੜਾ ਸੁਣਨਾ ਔਖਾ ਏ। ਪਰ ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਸੱਚਮੁੱਚ ਜੁੜ ਗਏ ਨਾ ਉਹਨਾਂ ਨੂੰ ਫਿਰ ਪ੍ਰਵਾਹ ਨਹੀਂ ਹੈ, ਕਿਉਂਕਿ ਉਹਨਾਂ ਦੀ ਸੁਰਤ ਕਿੱਥੇ ਹੈ? ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਕਿਉਂਕਿ ਉਹ ਗੁਣਾਂ ਦੇ ਖਜ਼ਾਨੇ ਨੂੰ, ਨਿਧਾਨ ਦਾ ਭਾਵ ਹੈ ਖਜ਼ਾਨਾ, ਉਹ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਨੂੰ ਧਿਆਉਂਦੇ ਨੇ। ਉਹ ਸੰਸਾਰ ਦੇ ਬਣਾਏ ਹੋਏ ਰੱਬ ਨੂੰ ਨਹੀਂ ਧਿਆਉਂਦੇ, ਉਹ ਸੱਚਮੁੱਚ ਉਸ ਰੱਬ ਨੂੰ ਧਿਆਉਂਦੇ ਨੇ ਜਿਹਨੇ ਸਾਰਾ ਕੁਝ ਸਿਰਜਿਆ ਹੋਇਆ ਹੈ। ਸਭ ਕਹਿੰਦੇ ਗਾਵੀਐ, ਗਾਉਂਦੇ ਨੇ, ਸੁਣੀਐ। ਤੀਜੀ ਗੱਲ ਹੈ ਮਨ ਰੱਖੀਐ ਭਾਉ। ਗਾਉਣਾ ਤੇ ਸੁਣਨਾ ਬੜਾ ਅਤ ਦਾ ਜ਼ਰੂਰੀ ਹੈ, ਪਰ ਉਸ ਤੋਂ ਬਾਅਦ ਮੰਨ ਲੈਣਾ, ਮਨ ਦੇ ਅੰਦਰ ਪ੍ਰੇਮ ਧਾਰਨ ਕਰ ਲੈਣਾ ਰੱਬ ਜੀ ਦੇ ਪ੍ਰਤੀ। ਸਭ ਕਹਿੰਦੇ ਇਹ ਜ਼ਰੂਰੀ ਹੈ। ਤੇ ਜਿਨ੍ਹਾਂ ਨੇ ਇਹ ਕੰਮ ਕਰ ਲਿਆ, ਬਖਸ਼ਿਸ਼ ਕੀ ਹੋਏਗੀ? ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਉਹਨਾਂ ਦੇ ਮਨਾਂ ਦੇ ਵਿੱਚੋਂ ਦੁੱਖ ਦੂਰ ਹੋ ਜਾਣਗੇ। ਜਿਨ੍ਹਾਂ ਨੇ ਰੱਬ ਜੀ ਨੂੰ ਧਿਆਇਆ ਹੋਇਆ ਹੈ ਉਹਨਾਂ ਦੇ ਹਿਰਦਿਆਂ 'ਚ ਫਿਰ ਸੁੱਖ ਆ ਜਾਂਦਾ ਹੈ। ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਗੁਰਮੁਖ ਨਾਦੰ, ਗੁਰੂ ਦੇ ਮੁਖ ਦੇ ਰਾਹੀਂ ਜਿਹੜੀ ਆਵਾਜ਼, ਜਿਹੜਾ ਗਿਆਨ, ਜਿਹੜਾ ਨਾਮ ਪ੍ਰਾਪਤ ਹੁੰਦਾ ਹੈ। ਇਹਨੂੰ ਕਈ ਵਾਰ ਪੜ੍ਹਦਿਆਂ ਹੋਇਆ ਅਸੀਂ ਨਾ ਗੁਰਮੁਖ ਨਹੀਂ ਪੜ੍ਹਨਾ, ਇਹਨੂੰ ਗੁਰਮੁਖ ਪੜ੍ਹਨਾ ਹੈ। ਮੰਮੀ ਨੂੰ ਔਂਕੜ ਲੱਗਾ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰੂ ਦੇ ਰਾਹੀਂ ਜਿਹੜਾ ਗਿਆਨ ਪ੍ਰਾਪਤ ਹੋਇਆ, ਗੁਰੂ ਦੇ ਰਾਹੀਂ ਨਾਮ ਪ੍ਰਾਪਤ ਹੋਇਆ। ਗੁਰਮੁਖ ਰਹਿਆ ਸਮਾਈ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਗੁਰੂ ਦੇ ਰਾਹੀਂ ਜਾਣ ਲਿਆ, ਪ੍ਰਮਾਤਮਾ ਦੇ ਗਿਆਨ ਨੂੰ ਗੁਰੂ ਦੇ ਨਾਲ, ਗੁਰੂ ਦੇ ਗਿਆਨ ਦੇ ਰਾਹੀਂ ਸਮਝ ਲਿਆ ਹੈ ਨਾ, ਸਭ ਕਹਿੰਦੇ ਨੇ ਫਿਰ ਬਖਸ਼ਿਸ਼ ਹੁੰਦੀ ਹੈ। ਗੁਰਮੁਖ ਰਹਿਆ ਸਮਾਈ, ਉਹ ਪਰਮਾਤਮਾ ਦੀ ਵਿਚਾਰਧਾਰਾ ਦੇ ਵਿੱਚ ਸਮਾ ਜਾਂਦੇ ਨੇ, ਇੱਕਮਿਕ ਹੋ ਜਾਂਦੇ ਨੇ। ਫਿਰ ਉਹਨਾਂ ਨੂੰ ਸਮਝ ਆ ਜਾਂਦੀ ਹੈ ਗੁਰ ਈਸ਼ਰ
ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਸੰਸਾਰ ਦੇ ਅੰਦਰ ਹਿੰਦੂ ਵੀਰਾਂ ਦੇ ਆਪਣੀ ਵਿਚਾਰਧਾਰਾ ਹੈ, ਆਪਣੀ ਮੱਤ ਹੈ। ਉਹਨਾਂ ਦੇ ਪੂਜਨੀਕ ਦੇਵਤੇ ਨੇ, ਮੁਬਾਰਕ ਹੈ ਉਹਨਾਂ ਨੂੰ। ਪਰ ਸਾਹਿਬ ਕਹਿੰਦੇ ਜਦੋਂ ਮੇਰੀ ਗੱਲ ਆਏਗੀ ਤੇ ਮੇਰੇ ਵਾਸਤੇ ਸੰਸਾਰ ਨੂੰ ਪੈਦਾ ਕਰਨ ਵਾਲਾ ਕੌਣ ਹੈ? ਮੇਰੇ ਵਾਸਤੇ ਸੰਸਾਰ ਦੇ ਅੰਦਰ ਇਹ ਸਾਰਾ ਪਸਾਰਾ ਪੈਦਾ ਕਰਨ ਵਾਲਾ ਹੈ, ਸੰਸਾਰ ਨੂੰ ਪੈਦਾ ਕਰਨ ਵਾਲਾ ਉਹ ਗੁਰੂ ਆਪ ਹੀ ਹੈ, ਰੱਬ ਜੀ ਆਪ ਨੇ। ਸਾਰੇ ਪ੍ਰਬੰਧ ਨੂੰ ਚਲਾਉਣ ਵਾਲਾ, ਆਹਾਰ ਦੇਣ ਵਾਲਾ ਵੀ ਰੱਬ ਆਪ ਹੈ, ਤੇ ਸਾਰੇ ਪ੍ਰਬੰਧ ਨੂੰ ਚਲਾ ਕੇ ਇਹ ਸਾਰੇ ਪ੍ਰਬੰਧ ਨੂੰ ਖਤਮ ਕਰਨ ਵਾਲਾ ਵੀ ਪ੍ਰਮਾਤਮਾ ਆਪ ਹੀ ਹੈ। ਤੇ ਸਾਰਿਆਂ ਤੋਂ ਉੱਤਮ ਮਾਤਾ ਉਹ ਕਹਿੰਦੇ ਉਹ ਵੀ ਸਾਡੇ ਵਾਸਤੇ ਗੁਰੂ ਹੀ ਹੈ, ਸਾਨੂੰ ਕਿਸੇ ਹੋਰ ਦੀ ਲੋੜ ਨਹੀਂ। ਕਈ ਵਾਰ ਇਹਦੇ ਅਰਥ ਹੋਰ ਢੰਗ ਨਾਲ ਕਰ ਦਿੱਤੇ ਜਾਂਦੇ ਨੇ, ਤੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਜਦੋਂ ਬਾਣੀ ਨੂੰ ਪੜ੍ਹ ਲਈਏ ਨਾ ਫਿਰ ਸਹਿਜੇ ਸਮਝ ਆ ਜਾਂਦਾ ਹੈ, ਉਦੋਂ ਜਿੱਦ ਛੱਡ ਦੇਣੀ ਚਾਹੀਦੀ ਹੈ ਕਿ ਸਾਹਿਬ ਦੀ ਮੁਬਾਰਕ ਬਾਣੀ ਦਾ ਬਚਨ ਹੈ, ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ। ਹੁਣ ਜੇ ਇਸੇ ਢੰਗ ਦੇ ਨਾਲ ਉਹਦੇ ਅਰਥ ਕਰਾਂਗੇ ਜਿੱਦਾਂ ਇਸ ਪੌੜੀ ਦੇ ਕਰਦੇ ਹਾਂ, ਫਿਰ ਇਹ ਕਹਿਣਾ ਪਏਗਾ ਗੁਰੂ ਕੌਣ ਹੈ? ਪੌੜੀ ਵੀ ਗੁਰੂ ਹੈ, ਬੇੜੀ ਵੀ ਗੁਰੂ ਹੈ, ਤੁਲਹਾ ਵੀ ਗੁਰੂ ਹੈ। ਜੇ ਇੱਦਾਂ ਅਰਥ ਕਰਾਂਗੇ ਕਿ ਸ਼ਿਵ ਜੀ ਗੁਰੂ ਨੇ ਸਾਡੇ ਲਈ, ਮੁਬਾਰਕ ਹੈ ਜਿਹੜੇ ਮੰਨਦੇ ਨੇ, ਉਹਨਾਂ ਦੇ ਨਾਲ ਕੋਈ ਮਸਲਾ ਨਹੀਂ ਹੈ। ਪਰ ਸਭ ਕਹਿੰਦੇ ਜਦੋਂ ਮੇਰੀ ਗੱਲ ਆਏਗੀ ਤੇ ਫਿਰ ਮੇਰੇ ਲਈ ਗੁਰੂ ਹੀ ਸਾਰਾ ਕੁਝ ਹੈ, ਫਿਰ ਮੈਂ ਕਿਸੇ ਹੋਰ ਪਾਸੇ ਨਹੀਂ ਜਾਣਾ, ਕਿ ਏਕੇ ਦੀ ਗੱਲ ਹੈ ਇੱਥੇ, ਏਕੋ ਹੈ ਭਾਈ, ਏਕੋ ਹੈ, ਉੱਥੇ ਏਕੋ ਦੀ ਗੱਲ ਹੈ। ਇਸ ਕਰਕੇ ਸਭ ਕਹਿੰਦੇ ਮੈਂ ਹੋਰ ਪਾਸੇ ਨਹੀਂ ਜਾਣਾ। ਜੇ ਹਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਸਭ ਕਹਿੰਦੇ ਨੇ ਜੇ ਕੋਈ ਯਤਨ ਕਰੇ, ਜੇ ਕੋਈ ਚਾਹੇ ਵੀ ਉਸ ਪਰਮਾਤਮਾ ਦੇ ਬਾਰੇ ਕੁਝ ਬਿਆਨ ਕੀਤਾ ਜਾ ਸਕੇ ਵੀ ਰੱਬ ਕਿੱਦਾਂ ਦਾ ਹੈ, ਤੇ ਫਿਰ ਦੱਸਿਆ ਨਹੀਂ ਜਾ ਸਕਦਾ। ਜੇ ਹਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਸਭ ਕਹਿੰਦੇ ਕਥਨ ਕੀਤਾ ਹੀ ਨਹੀਂ ਜਾ ਸਕਦਾ ਵੀ ਰੱਬ ਹੈ ਕਿੱਦਾਂ ਦਾ। ਤਾਂ ਹੀ ਸਾਹਿਬ ਦਾ ਮੁਬਾਰਕ ਬਚਨ ਮੈਂ ਅਕਸਰ ਦੁਹਰਾ ਦਿੰਦਾ, ਚੇਤਾ ਰੱਖਿਆ ਕਰੀਏ ਜਦੋਂ ਰੱਬ ਜੀ ਦੀ ਬੇਅੰਤਤਾ ਦੀ ਗੱਲ ਆਏ ਤੇ ਫਿਰ ਇਹ ਬਚਨ ਸੁਰਤ ਦੇ ਅੰਦਰ ਵਸਾ ਲਈਏ। ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਦੇ ਪ੍ਰਾਨਾ। ਸਭ ਕਹਿੰਦੇ ਨੇ ਉਹ ਪ੍ਰਮਾਤਮਾ ਅਕਥ ਹੈ, ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਉਹ ਸਮਰੱਥ ਹੈ, ਉਹ ਅਗੋਚਰ ਹੈ, ਉਹਦੇ ਤੱਕ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ। ਤੇ ਸਭ ਕਹਿੰਦੇ ਉਹ ਸਾਰਾ ਕੁਝ ਬਣਾਉਣ ਵਾਲਾ ਹੈ, ਸਾਰੇ ਜੀਵਾਂ ਦੀ ਤਾਕਤ ਹੈ, ਉਹਨਾਂ ਦੇ ਅੰਦਰ ਜਿਹੜੀ ਜ਼ਿੰਦਗੀ ਦੀ ਰੌਂ ਚੱਲਦੀ ਉਹਦੇ ਕਰਕੇ ਚੱਲਦੀ ਹੈ। ਸਭ ਕਹਿੰਦੇ ਇਸ ਕਰਕੇ ਇਹ ਚੇਤਾ ਰੱਖਿਆ ਕਰ। ਜੇ ਹਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਮਾਲਕ ਕਹਿੰਦੇ ਫਿਰ ਤੂੰ ਸਾਰਾ ਕੁਝ ਉਸ ਰੱਬ ਬਾਰੇ ਦੱਸ ਨਹੀਂ ਸਕਦਾ, ਤੇਰੇ ਵੱਸ ਦੀ ਨਹੀਂ ਹੈ ਵੀ ਰੱਬ ਨੂੰ ਬਿਆਨ ਕਰ ਦੇਵੇਂ ਤੇ ਕਹਿ ਦੇਵੇਂ ਜਿੱਦਾਂ ਦਾ ਮੈਂ ਕਿਹਾ ਹੈ ਰੱਬ ਇੱਦਾਂ ਦਾ ਹੀ ਹੈ ਬਸ। ਸਭ ਕਹਿੰਦੇ ਭੁਲੇਖਾ ਤੇਰੇ ਮਨ 'ਚ ਨਾ ਆ ਜਾਵੇ। ਇਸ ਕਰਕੇ ਅਰਦਾਸ ਇੱਕੋ ਕਰਿਆ ਕਰ, ਗੁਰਾ। ਇੱਥੇ ਅਸੀਂ ਪੜ੍ਹਦੇ ਹਾਂ ਕਈ ਵਾਰ ਗੁਰਾਂ ਪੜ੍ਹ ਦਿੰਦੇ ਹਾਂ, ਗੁਰਾ ਨਹੀਂ ਪੜ੍ਹਨਾ। ਇੱਥੇ ਸੰਬੋਧਨੀ ਹੈ ਤੇ ਆਵਾਜ਼ ਜਿੱਦਾਂ ਮਾਰੀ ਦੀ ਹੈ ਕਿਸੇ ਨੂੰ ਉੱਦਾਂ ਹੈ, ਗੁਰਾ ਇੱਕ ਦੇਹ ਬੁਝਾਈ। ਸਭ ਕਹਿੰਦੇ ਹੇ ਸਤਿਗੁਰੂ ਜੀ ਇੱਕ ਸਮਝ ਮੈਨੂੰ ਦੇ ਦਿਓ, ਇੱਕ ਦੇਹ ਬੁਝਾਈ। ਤੇ ਸਮਝ ਕਿਹੜੀ ਚਾਹੀਦੀ ਹੈ? ਸਭਨਾ ਜੀਆਂ ਕਾ ਇੱਕ ਦਾਤਾ। ਵੀ ਸਤਿਗੁਰੂ ਜੀ ਸਮਝ ਆ ਜਾਵੇ ਸਾਰੇ ਜੀਵਾਂ ਦਾ ਇੱਕੋ ਹੀ ਇੱਕ ਦਾਤਾ ਏ, ਹੋਰ ਕੋਈ ਨਹੀਂ ਹੈ। ਸਾਰੀ ਕਾਇਨਾਤ ਦਾ ਦਾਤਾ ਇੱਕੋ ਹੀ ਹੈ। ਅਸੀਂ ਨਾ ਉਹਨੂੰ ਜਿਹੜਾ ਮਰਜ਼ੀ ਦੇ ਲਈਏ, ਜਿਸ ਮਰਜ਼ੀ ਨਾਮ ਦੇ ਨਾਲ ਉਹਨੂੰ ਚੇਤਾ ਰੱਖ ਲਈਏ। ਜਿਹੜੇ ਰੱਬ ਨੂੰ ਨਹੀਂ ਮੰਨਦੇ, ਜਿਹੜੇ ਕਹਿੰਦੇ ਰੱਬ ਨਹੀਂ ਹੈ, ਉਹ ਕਹਿੰਦੇ ਆ ਸਾਰਾ ਕੁਝ ਦੇਣ ਵਾਲਾ ਕੌਣ ਹੈ? ਇਹ ਕੁਦਰਤ ਸਾਨੂੰ ਸਾਰਾ ਕੁਝ ਦਿੰਦੀ ਆ। ਉਹਨਾਂ ਨੇ ਰੱਬ, ਜੇ ਉਹ ਸਿੱਧੇ ਤਰੀਕੇ ਦੇ ਨਾਲ ਨਹੀਂ ਕਹਿੰਦੇ ਤੇ ਅਸਿੱਧੇ ਤਰੀਕੇ ਦੇ ਨਾਲ ਰੱਬ ਦਾ ਨਾਂ ਉਹਨਾਂ ਨੇ ਕੁਦਰਤ ਰੱਖ ਲਿਆ। ਕਾਇਨਾਤ ਦੇ ਅੰਦਰ ਪਰਮਾਤਮਾ ਵਸਦਾ ਹੈ।
पर मसला ये है भी सारा कुछ करन कराउण वाला वो परमात्मा आप है। तो सब कहते फिर अरदास करिया कर गुरा, एक दे बुझाई सबना जियां का एक दाता, सो मैं विसर ना जाई। कि सतगुरु जी सारी कायनात का दाता एक है, दद्दा दाता एक है, सबको देवनहार, देंदा टोट ना आवई अगणत भरे भंडार। सब कहते उहदे भंडारे इन्ने को भरे ने, कोई गिणती मिणती नहीं है। तो वह दिंदा है लगातार, थकदा भी नहीं। बचन पढ़िया मालक दा, देंदा दे लैंदे थक पाहे। थकदे असीं आ, रब दाता दिंदा होया नहीं थकदा। वड्डी गल है संसार दे लोग कोई चीज़ दे देण ना सानू, जां असीं किसी नूं दे दईए तो थोड़े कुछ समय बाद पछतावा हुंदा है भी जे साडे कोल हुंदी ना तो अज वरत लैणी सी, एवें ही दे दित्ती। पछताउने आ असीं बाद विच। सब कहंदे ने परमात्मा दी वडियाई ऐसी, हर कीआं सदा सदा वडियाइयां दे ना पछोताए। वो रब दे के बाद पछताउंदा नहीं है भी क्यों दे दिता, वो समर्थ है। सब कहते ऐसे समर्थ परमात्मा नूं चेते च वसा के रखिया कर, उहदा शुक्र करिया कर, अरदास करिया कर। सतगुरु जी एक दे नाल जुड़ जाइए, एक दे नाल जुड़ करके ते एक मार्ग दे उत्ते तुरदियां होइयां एक दे विच लीन हो जाइए। सब कृपालु दया कर देण। विचारां करदियां होइयां बेअंत भुलां दी खिमा, सबना दा धन्नवाद। बुलाओ जी फतेह, आखो जी वाहिगुरू जी का खालसा, वाहिगुरू जी की फतेह।